ਧੰਨਵਾਦ ਪਰਮੇਸ਼ਰ ਤੇਰਾ, ਧੰਨਵਾਦ ਰੱਬਾ ਬਾਬਾ ਬਾਬਾ ਮਾਸਾ ਸੇਕੇ ਬੇਰੇ 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 ਦੀ ਸ਼ੀਖਾ ਬਾਰਾਂ ਦਾ ਮਾਮਾ 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 ਸੇਕੇ ਬੇਰੇ ਬੇਰੇ ਧੰਨਵਾਦ ਰਾਗੋ ਮਾਸਾ ਸੇਕੇ ਬੇਰੇ ਸੰਦਰੂ ਸਾਖਾ ਬਾਰਾ ਬਾਬਾ ਬਾ ਹਾਲੇਲੂਇਆ ਹਾਲੇਲੂਇਆ। ਗੱਲ ਚੱਲਦੀ ਆ ਪੰਜਾਂ ਵਿੱਚ ਜੁਦਾਈ ਹੋਵੇਗੀ ਔਰ 3 2 ਦੇ ਔਰ 2 3 ਦੇ ਵਿਰੁੱਧ ਉਹ ਅੱਡੋ ਅੱਡ ਹੋਣਗੇ, ਅਰਥਾਤ ਪਿਓ ਪੁੱਤਰ ਦੇ ਵਿਰੁੱਧ ਔਰ ਪੁੱਤਰ ਪਿਓ ਦੇ ਵਿਰੁੱਧ, ਮਾਂ ਧੀ ਦੇ ਵਿਰੁੱਧ ਔਰ ਧੀ ਮਾਂ ਦੇ ਵਿਰੁੱਧ, ਸੱਸ ਆਪਣੀ ਨੂੰਹ ਦੇ ਵਿਰੁੱਧ ਔਰ ਨੂੰਹ ਸੱਸ ਦੇ ਵਿਰੁੱਧ ਹੋਣਗੀਆਂ। ਅਸੀਂ ਇੱਕਦਮ ਐਂ ਉਂਗਲ ਚੁੱਕ ਕੇ ਆਪਣੇ ਪਰਿਵਾਰਾਂ ਦੇ ਉੱਤੇ ਕਰ ਦਿੰਦੇ ਹਾਂ ਅਤੇ ਐਟੋਮੈਟਿਕ ਜਦੋਂ ਇਉਂ ਕਰਦੇ ਹਾਂ ਤਾਂ 3 ਐਟੋਮੈਟਿਕ ਆਪੇ ਹੀ ਅੰਦਰ ਚਲ ਜਾਂਦੇ ਆ। ਉਹ ਪ੍ਰਤੀਕ ਕਰਦੀਆਂ ਤਿੰਨੇ ਕਿ ਗੱਲ ਬਾਹਰ ਦੀ ਨਹੀਂ, ਗੱਲ ਅੰਦਰ ਦੀ। ਉਹ ਗੱਲ ਨਾ ਮੱਕੇ ਦੀ ਨਾ ਮੰਦਰ ਦੀ, ਗੱਲ ਸਮਝ ਲੱਗੀ ਤੇ ਗੱਲ ਅੰਦਰ ਦੀ। ਇਹ ਗੱਲ ਹੈਗੀ ਅੰਦਰ ਦੀ ਨਾ ਕਿ ਬਾਹਰ ਦੀ। ਪ੍ਰਭੂ ਪੰਜਾਂ ਨੂੰ ਕੱਢਣ ਦੇ ਲਈ ਆਇਆ, ਪੰਜਾਂ ਨੂੰ ਅੱਗ ਲਾਉਣ ਆਇਆ, ਪੰਜਾਂ ਦਾ ਖਾਤਮਾ ਕਰਨ ਦੇ ਲਈ ਆਇਆ, ਪੰਜਾਂ ਦਾ ਢਿੱਡ ਪਾੜਨ ਦੇ ਲਈ ਆਇਆ, ਪੰਜਾਂ ਨੂੰ ਨੰਗੇ ਕਰਨ ਦੇ ਲਈ ਆਇਆ। ਜਦੋਂ ਪ੍ਰਭੂ ਜੀ ਦਾ ਬਲੀਦਾਨ ਹੋਇਆ, ਸਾਡੇ ਲਈ ਬਲੀਦਾਨ ਕੀਤਾ ਆਪਣੇ ਆਪ ਨੂੰ ਪ੍ਰਭੂ ਜੀ ਨੇ, ਅਤੇ ਫਿਰ ਕਿੱਡੀਆਂ ਮੋਟੀਆਂ ਕਨਾਤਾਂ ਪਾਟ ਗਈਆਂ। ਉਹ ਕਨਾਤਾਂ ਹੀ ਨਹੀਂ ਪਾਟੀਆਂ, ਉਹ ਇਹਨਾਂ ਪੰਜਾਂ ਦੀਆਂ ਆਂਦਰਾਂ ਪਾਟ ਗਈਆਂ, ਜਿਹੜੇ ਕਾਮ ਕ੍ਰੋਧ ਲੋਭ ਮੋਹ ਹੰਕਾਰ, ਇਹਨਾਂ ਪੰਜਾਂ ਪ੍ਰਭੂ ਦੇ ਕੋੜੇ ਨਹੀਂ ਲੱਗੇ, ਕੁਰੜੇ ਇਹਨਾਂ ਦੇ ਲੱਗੇ ਆ। ਦਿਖਣ ਵਿੱਚ ਪ੍ਰਭੂ ਨੂੰ ਦਿਖਾਏ ਗਏ ਆ, ਪ੍ਰਭੂ ਨੇ ਸਹੇ ਆ, ਪ੍ਰਭੂ ਨੇ ਖੂਨ ਵਹਾਇਆ ਸਾਡੇ ਲਈ, ਪਰ ਪ੍ਰਭੂ ਇਹਨਾਂ ਦੇ ਢਿੱਡ ਪਾੜਨ ਲਈ ਆਇਆ, ਪ੍ਰਭੂ ਇਹਨਾਂ ਨੂੰ ਅੱਗ ਲਾਉਣ ਦੇ ਆਇਆ, ਪ੍ਰਭੂ ਇਹਨਾਂ ਨੂੰ ਨੰਗੇ ਕਰਨ ਲਈ ਆਇਆ। ਕਨਾਤਾਂ ਪਾਟ ਗਈਆਂ, ਉਸ ਵੇਲੇ ਕਨਾਤਾਂ ਪਾਟ ਗਈਆਂ। ਇਹ ਦੁਸ਼ਟ ਦੇ ਉਸ ਵੇਲੇ ਕੱਪੜੇ ਫਟ ਗਏ, ਪਾਟ ਗਏ। ਜਿਵੇਂ ਦੁਸ਼ਟ ਪਿੱਟਿਆ, ਥੜਾ ਮਾਰ ਕੇ ਪਿੱਟਿਆ, ਵੈਰੀ ਲੂਸੀਫਰ ਸ਼ੈਤਾਨ, ਜਿਹੜਾ ਪ੍ਰਭੂ ਜੀ ਨੇ ਕਿਹਾ ਤੁਹਾਡੀ ਲੜਾਈ ਲਹੂ ਮਾਸ ਨਾਲ ਨਹੀਂ, ਤੁਹਾਡੀ ਲੜਾਈ ਅਫਸੀਆ 6 ਵਿੱਚ ਅੰਧਕੂਰ ਦੇ ਮਹਾਰਾਜਿਆਂ ਨਾਲ, ਅੰਧਕੂਰ ਦੀਆਂ ਹਕੂਮਤਾਂ ਨਾਲ, ਅੰਧਕੂਰ ਦੀਆਂ ਸੈਨਾਵਾਂ ਦੇ ਨਾਲ ਆ, ਜਿਹੜੀਆਂ ਅੰਧਕੂਰ ਵਿੱਚ ਵਸਦੀਆਂ। ਲਿਖਣ ਵਿੱਚ ਉੱਥੇ ਸਵਰਗੀ ਵੀ ਲਿਖਿਆ, ਉਹਨੂੰ ਸਵਰਗੀ ਲੋਕ ਪੜ੍ਹੀ ਜਾ ਰਹੇ ਕਈ ਵਾਰੀ, ਪਰ ਉਹ ਜੱਚਦੀ ਨਹੀਂ ਆ ਗੱਲ ਕਿ ਉਹ ਸਵਰਗੀ ਥਾਵਾਂ 'ਚ ਵਸਦੀਆਂ, ਨਹੀਂ, ਉਹ ਅੰਧਕੂਰ 'ਚ ਹੀ ਵਸਦੀਆਂ ਆ। ਕਈ ਵਾਰੀ ਬਾਈਬਲਾਂ ਦੇ ਵਿੱਚ ਲਿਖਤ ਜਿਹੜੀ ਆ ਉਹ ਮਤਲਬ ਟਿਕਾਊ ਨਹੀਂ ਖਾਂਦੀ, ਕਿ ਉਹ ਅੰਧਕੂਰ ਦੀਆਂ ਅਤੇ ਅੰਧਕੂਰ 'ਚ ਵਸਦੀਆਂ ਆ। ਉਹ ਸਵਰਗਾਂ ਦੀਆਂ, ਸਵਰਗਾਂ ਦੇ ਵਿੱਚ ਤਾਂ ਪ੍ਰਭੂ ਆ, ਸਵਰਗਾਂ ਦੇ ਵਿੱਚ ਤਾਂ ਪ੍ਰਭੂ ਦੇ ਦੂਤ ਆ। ਤਾਂ ਇਹ ਜਿਹੜੀਆਂ ਸਾਡੀ ਲੜਾਈ ਲਹੂ ਮਾਸ ਨਾਲ ਨਹੀਂ, ਪਰਮੇਸ਼ਰ ਦੀ ਲੜਾਈ ਲਹੂ ਮਾਸ ਨਾਲ ਨਹੀਂ, ਲਹੂ ਮਾਸ ਨੂੰ ਤਾਂ ਸਾਨੂੰ ਬਣਾਇਆ ਔਰ ਸਾਨੂੰ ਬਚਾਉਣ ਵਾਸਤੇ ਆਇਆ। ਪ੍ਰਭੂ ਦੀ ਲੜਾਈ ਇਹ 5 ਵਿਸ਼ਿਆਂ ਦੇ ਨਾਲ ਆ। ਕਾਮ ਨਾਲ ਕ੍ਰੋਧ, ਕਾਮ ਕ੍ਰੋਧ ਲੋਭ ਮੋਹ ਅਤੇ ਹੰਕਾਰ। ਪ੍ਰਭੂ ਕਹਿੰਦਾ ਮੈਂ ਇਹਨਾਂ 5 ਨੂੰ ਅਲੱਗ ਕਰਨ ਆਇਆ ਹਾਂ। ਅਤੇ ਜਦੋਂ ਕਨਾਤਾਂ ਪਾਟ ਗਈਆਂ ਨਾ, ਅਲੱਗ ਉਦੋਂ ਹੀ ਕਰ ਦਿੱਤੇ। ਚੀਰ ਉਦੋਂ ਹੀ ਸਿੱਟੇ, ਕਨਾਤਾਂ ਨਹੀਂ ਚੀਰ ਹੋਈਆਂ, ਇਹਨਾਂ ਦੇ ਢਿੱਡ ਚੀਰ ਹੋਏ। ਇਹਨਾਂ ਦੇ ਭਾਅ ਦੀ ਬਣੀ। ਇਹਨਾਂ ਨੇ ਫਿਰ ਵੀ ਬੜੀ ਕੋਸ਼ਿਸ਼ ਕੀਤੀ, ਇਸ ਦੁਸ਼ਟ ਨੇ ਵੱਡਾ ਭਾਰਾ ਪੱਥਰ ਪ੍ਰਭੂ ਦੀ ਕਬਰ ਦੇ ਮੂਹਰੇ ਰੱਖਿਆ। ਉਹ ਪ੍ਰਭੂ ਦੀ ਮੂਹਰੇ ਹੀ ਨਹੀਂ ਕਬਰ 'ਤੇ ਰੱਖਿਆ। ਪ੍ਰਭੂ ਕਹਿੰਦਾ ਸਾਡੇ ਦਿਲਾਂ ਉੱਤੇ ਪੱਥਰ ਸੀ ਤਾਂ ਰੱਖਿਆ ਗਿਆ। ਸਾਡੇ ਦਿਲਾਂ ਦੇ ਉੱਤੇ ਵੈਰੀ ਨੇ ਪੱਥਰ ਰੱਖੇ ਹੋਏ ਸੀਗੇ, ਤਾਂ ਕਿ ਇਹਨਾਂ ਪੱਥਰਾਂ ਦੇ ਵਿੱਚ ਪ੍ਰਭੂ ਦਾ ਬਚਨ ਮੀਂਹ ਵਰੇ ਅਤੇ ਸਮਾਵੇ ਨਾ, ਜਾਵੇ ਨਾ। ਪਰ ਪ੍ਰਭੂ ਨੇ ਉਹ ਪੱਥਰ ਪਰੇ ਕੀਤਾ, ਉਹ ਮਾਰਿਆ ਦੂਤ ਨੇ ਪੱਥਰ, ਅਤੇ ਪ੍ਰਭੂ ਕਬਰ ਵਿੱਚੋਂ ਨਿਕਲ ਆਇਆ।
ਜਿਹੜਾ ਬੰਦਾ ਆਪਣੇ ਹੰਕਾਰ ਦੇ ਪੱਥਰ ਨੂੰ, ਕ੍ਰੋਧ ਦੇ ਪੱਥਰ ਨੂੰ, ਜਲਸ ਦੇ ਪੱਥਰ ਨੂੰ, ਈਰਖਾ ਦੇ ਪੱਥਰ ਨੂੰ, ਕਾਮ ਦੇ ਪੱਥਰ ਨੂੰ ਮਾਰੂਗਾ ਨਾ ਚੱਕ ਕੇ, ਉਹ ਹੀ ਉਸ ਕਬਰ ਵਿੱਚੋਂ ਨਿਕਲ ਕੇ ਤੇ ਪ੍ਰਭੂ ਦੀ ਗੋਦ ਵਿੱਚ ਜਾਊਗਾ। ਸਾਰੇ ਆਖੋ ਧੰਨਵਾਦ ਪਰਮੇਸ਼ਰ, ਹਾਲੇਲੂਇਆ, ਤੇਰਾ ਧੰਨਵਾਦ। ਉਹੀ ਜਾ ਸਕੂਗਾ, ਦੂਜਾ ਨਹੀਂ। ਆਪਣੇ ਦਿਲਾਂ ਤੋਂ ਪੱਥਰਾਂ ਨੂੰ ਹਟਾ ਦਈਏ, ਆਪਣੇ ਦਿਲਾਂ ਤੋਂ ਇਹਨਾਂ ਪੱਥਰਾਂ ਨੂੰ ਹਟਾ ਦਈਏ ਔਰ ਪ੍ਰੇਮ ਦੇ ਵਿੱਚ ਸਾਰਿਆਂ ਦੇ ਨਾਲ ਜੀਵੀਏ। ਪ੍ਰੇਮ ਦੇ ਵਿੱਚ ਸਾਰਿਆਂ ਨਾਲ ਅਸੀਂ ਜੀਏ। ਇਹਨੇ ਪ੍ਰੇਮ ਦੇ ਵਿੱਚ ਇੱਕ ਦੂਜੇ ਨੂੰ ਦੇਖ ਕੇ ਖੁਸ਼ ਹੋਈਏ, ਸੁਣ ਕੇ ਖੁਸ਼ ਹੋਈਏ, ਮਿਲ ਕੇ ਖੁਸ਼ ਹੋਈਏ। ਆਨੰਦ ਛਾ ਜਾਵੇ। ਜਦੋਂ ਸਾਨੂੰ ਦੂਸਰੇ ਦੀ ਖੁਸ਼ੀ ਨਾਲ ਆਨੰਦ ਮਿਲਦਾ ਤੇ ਸਾਡੇ ਅੰਦਰ ਆਟੋਮੈਟਿਕ ਹੀ ਆਨੰਦ ਆ ਜਾਂਦਾ ਹੈ। ਭਾਵ ਕਿ ਸਾਡਾ ਪੱਥਰ ਪਰੇ ਹੋ ਗਿਆ। ਪ੍ਰਭੂ ਨੇ ਦੂਤ ਭੇਜੇ ਸਾਨੂੰ, ਜਦੋਂ ਅਸੀਂ ਬੇਨਤੀਆਂ ਕੀਤੀਆਂ, ਪ੍ਰਭੂ ਇਹਨਾਂ ਦੂਤਾਂ ਨੂੰ ਭੇਜੋ ਸਾਡੇ ਦਿਲ ਦੇ ਪੱਥਰਾਂ ਨੂੰ ਪਰੇ ਕਰਨ, ਤੇ ਪ੍ਰਭੂ ਭੇਜ ਦਿੰਦਾ ਹੈ। ਪਰ ਅਸੀਂ ਤਾਂ ਸੋਚਦੇ ਹਾਂ ਅਸੀਂ ਤਾਂ ਬਹੁਤ ਚੰਗੇ ਹਾਂ। ਅਸੀਂ ਤਾਂ ਬੇਨਤੀ ਇੱਦਾਂ ਕਰਦੇ ਨਹੀਂ ਕਿ ਸਾਡੇ ਅੰਦਰੋਂ ਕੱਢ ਦਿਓ ਪ੍ਰਭੂ। ਅਤੇ ਅਸੀਂ ਇਹਨੂੰ ਅਜਮਾ ਕੇ ਦੇਖੋ, ਕਿੱਥੇ 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 ਪਿਆ ਆ। ਜਿੱਥੇ ਜਿੱਥੇ ਮੈਨੂੰ ਨਫ਼ਰਤ ਆ, ਮੈਂ ਉੱਥੇ ਉੱਥੇ ਜਾ ਕੇ ਮਿਲਾਪ ਕਰਾਂ। ਤਾਂ ਦੇਖੋ, ਹਾਂਜੀ, ਪ੍ਰਭੂ ਜੀ ਕਹਿ ਰਹੇ, ਤੁਸੀਂ ਕੀ ਸਮਝਦੇ ਹੋ ਧਰਤੀ ਉੱਤੇ ਮੈਂ ਮੇਲ ਕਰਾਉਣਾ ਆ। ਹੁਣ ਤੁਹਾਨੂੰ ਸਮਝ ਜ਼ਰੂਰ ਲੱਗੀ ਹੋਊਗੀ ਆਪਾਂ ਕਿਹੜੀ ਗੱਲ ਕਰਦੇ ਹਾਂ। ਮੈਂ ਤੁਹਾਨੂੰ ਆਖਦਾ ਹਾਂ, ਨਹੀਂ, ਸਗੋਂ ਜੁਦਾਈ ਪਾ ਦਿੱਤੀ ਇਹਨਾਂ ਦੀ, ਜੁਦਾਈ ਕਾਮ ਦੀ, ਕ੍ਰੋਧ ਦੀ, ਲੋਭ ਦੀ, ਮੋਹ ਦੀ ਅਤੇ ਹੰਕਾਰ ਦੀ। ਕਿਉਂਕਿ ਇਦੋਂ ਅੱਗੇ ਦੋਂ ਦੇ ਤਿੰਨ ਦੋਂ ਦੇ ਅਰ ਦੋ ਤਿੰਨਾਂ ਦੇ ਵਿਰੁੱਧ ਅਤੇ ਅੱਡੋ ਅੱਡ ਹੋਣਗੇ, ਅਰਥਾਤ ਪਿਓ ਪੁੱਤਰ ਦੇ ਵਿਰੁੱਧ, ਅਰ ਪੁੱਤ ਪਿਓ ਦੇ ਵਿਰੁੱਧ, ਮਾਂ ਧੀ ਦੇ ਵਿਰੁੱਧ, ਅਰ ਧੀ ਮਾਂ ਦੇ ਵਿਰੁੱਧ, ਸੱਸ ਆਪਣੀ ਨੂੰਹ ਦੇ ਵਿਰੁੱਧ। ਹੁਣ ਆਪਾਂ ਇਹ ਸੋਚਣਾ ਆ, ਹੰਕਾਰ ਰੂਪੀ ਜਿਹੜਾ ਇਹ ਸਾਡੇ ਅੰਦਰ ਗੱਦੀ ਲਾ ਕੇ ਬੈਠਾ, ਭੇ ਬਣ ਕੇ। ਜਿੱਥੇ ਪ੍ਰਭੂ ਨੇ ਬਹਿਣਾ ਸੀ ਨਾ, ਉੱਥੇ ਚੌਧਰੀ ਬਣ ਕੇ, ਘਰ ਦਾ ਅਗੂਆ ਬਣ ਕੇ, ਪੇ ਬਣ ਕੇ ਹੰਕਾਰ ਬੈਠ ਗਿਆ ਸਾਡੇ ਦਿਲ ਵਿੱਚ। ਅਤੇ ਇਹਦਾ ਪੁੱਤਰ ਜਿਹੜਾ ਇਹਦਾ ਪੁੱਤ ਪੈਦਾ, ਇਹਦੇ ਹੰਕਾਰ ਤਾਂ ਪੇ ਬਣ ਕੇ ਬਹਿ ਗਿਆ ਅਤੇ ਭ੍ਰਿਸ਼ਟ ਬੁੱਧੀ ਮਾਂ ਬਣ ਕੇ ਬਹਿ ਗਈ। ਭ੍ਰਿਸ਼ਟ ਬੁੱਧੀ ਮਾਂ ਬਣ ਕੇ ਬਹਿ ਗਈ ਆ। ਹੁਣ ਪੇ ਦੇ ਵਿਰੁੱਧ ਪੁੱਤ, ਭ੍ਰਿਸ਼ਟ ਬੁੱਧੀ ਇਹਦੀ ਮਾਂ ਆ, ਅਤੇ ਪੁੱਤ ਹੈਗਾ ਹੰਕਾਰ। ਕਿੱਥੋਂ ਬਣ ਜੂਗੀ ਇਹਨਾਂ ਤਿੰਨਾਂ ਦੀ? ਭ੍ਰਿਸ਼ਟ ਬੁੱਧੀ ਦੀ, ਹੰਕਾਰ ਦੀ ਅਤੇ ਕ੍ਰੋਧ ਦੀ, ਤਿੰਨਾਂ ਦੀ ਬਣੂ। ਦੋ ਦੇ ਨਾਲ ਜਿਹੜੇ ਅਗਲੇ ਦੋ ਆ, ਚਿੰਤਾ, ਲੁੱਤਰ ਲੁੱਤਰ ਕਰਦੀ ਜ਼ਬਾਨ, ਨੂੰਹ ਲੁੱਤਰ ਲੁੱਤਰ ਕਰਦੀ ਅਤੇ ਚਿੰਤਾ ਦੀ ਭੱਠੀ 'ਤੇ ਸੜਦੀ, ਲੜਾਈਆਂ ਫਸਾਦ ਪਾਉਂਦੀ ਜਿਹੜੀ ਉਹ ਸੱਸ, ਵੱਧ ਚੱਲਣੀਆਂ ਕਾਮ ਦੀਆਂ ਅੱਖਾਂ ਦੀਆਂ ਭਰੀਆਂ ਹੋਈਆਂ ਧੀਆਂ, ਦਰ ਦਰ ਫਿਰਨ ਵਾਲੀਆਂ, ਹਰ ਇੱਕ ਨੂੰ ਭੈੜੀ ਨਿਗਾਹ ਨਾਲ ਦੇਖਣ ਵਾਲੀਆਂ, ਕਿਸੇ ਨੂੰ ਕਾਮ ਦੀ ਨਿਗਾਹ ਨਾਲ ਦੇਖੀ ਜਾਂਦੀਆਂ, ਕਿਸੇ ਨੂੰ ਕ੍ਰੋਧ ਦੀ ਨਿਗਾਹ ਨਾਲ ਦੇਖੀ ਜਾਂਦੀਆਂ, ਕਿਸੇ ਨੂੰ ਨਫ਼ਰਤ ਦੀ ਨਿਗਾਹ ਨਾਲ ਦੇਖੀ ਜਾਂਦੀਆਂ। ਇੱਦਾਂ ਦੀਆਂ ਸੱਸਾਂ ਅਤੇ ਇੱਦਾਂ ਦੀਆਂ ਨੂੰਹਾਂ, ਇੱਦਾਂ ਦੀਆਂ ਧੀਆਂ, ਇੱਦਾਂ ਦਾ ਪੇ, ਇੱਦਾਂ ਦਾ ਪੁੱਤ। ਹੁਣ ਇਹਨਾਂ ਦੀ ਆਪਸ ਵਿੱਚ ਬਣੋ। ਇਹ ਡੇਰਾ ਲਾ ਕੇ ਬੈਠੇ ਸਾਡੇ ਅੰਦਰਾਂ ਦੇ ਵਿੱਚ, ਸਾਡੇ ਹਿਰਦਿਆਂ ਦੇ ਵਿੱਚ, ਸਾਡੀਆਂ ਅੱਖਾਂ ਦੇ ਵਿੱਚ, ਸਾਡੀਆਂ ਕੰਨਾਂ ਦੇ ਵਿੱਚ, ਸਾਡੀ ਮੂੰਹ ਦੇ ਵਿੱਚ ਜ਼ੁਬਾਨ। ਲੜਾਈ ਦਾ ਘਰ ਸੱਸ, ਅਤੇ ਲੁੱਤਰ 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 ਬੋਲਣ ਵਾਲੀ, ਬਕਵਾਸ ਕਰਨ ਵਾਲੀ ਜ਼ੁਬਾਨ ਸਾਡੀ ਨੂੰ, ਆਵਾ ਗਾਉਣ ਘੁੰਮਣ ਵਾਲੀਆਂ ਜਿਹੜੀਆਂ ਧੀਆਂ, ਬਦ ਚੱਲਣਾ, ਜਿਹੜੀਆਂ ਭਰੀਆਂ ਹੋਈਆਂ ਕਾਮ ਵਾਸ਼ਨਾ ਦੀਆਂ ਉਹ ਧੀਆਂ, ਅੱਖਾਂ, ਅਤੇ ਚਲਾਉਣ ਵਾਲਾ ਇਹਨਾਂ ਨੂੰ ਪੇ ਅਤੇ ਮਾਂ, ਭ੍ਰਿਸ਼ਟ ਬੁੱਧੀ ਮਾਂ ਅਤੇ ਹੰਕਾਰ ਪੇ,
ਇਹਨਾਂ ਨੂੰ ਜੰਮਣ ਵਾਲੇ ਇਹਨਾਂ ਦਾ ਇਹ ਪਰਿਵਾਰ, ਗਾਂ ਇਹਨਾਂ ਦੇ ਇੰਨੇ ਨਾਤੇ ਪੋਤੇ, ਇੱਕ ਦੇ ਘਰ 60 ਹਜ਼ਾਰ ਰੋਜ਼ ਜੰਮਦੇ ਆ। ਕੀੜੇ ਮਕੌੜੇ ਰੋਜ਼ ਥੋਟਾਂ ਜੰਮਦੀਆਂ ਆ, ਇੰਨੀਆਂ ਥੋਟਾਂ ਗਲਤ ਜੰਮਦੀਆਂ, ਫੁਰਨੇ ਇੰਨੇ ਗਲਤ ਆਉਂਦੇ ਆ ਇਨਸਾਨ ਨੂੰ, ਜਿਹੜਾ ਰੱਬ ਤੋਂ ਟੁੱਟਾ ਉਹਨੂੰ ਗਲਤ ਤੋਂ ਗਲਤ ਫੁਰਨੇ ਆਈ ਜਾਂਦੇ ਅੰਦਰ। ਜੇ ਕਿਤੇ ਪ੍ਰਭੂ ਦਾ ਨਾਮ ਜਪਦਾ ਵੀ ਹੈ ਨਾ 2-4 ਮਿੰਟ, ਤਾਂ ਕਹਿੰਦਾ ਫਟਾਫਟ ਬਸ ਜੀ ਬਸ ਪੜ੍ਹ ਕੇ ਤੇ ਬਸ ਦਵਦਾ ਬਾਈਬਲ ਨੂੰ ਬੰਦ ਕਰਾਂ, ਦਵਦਾ ਫਿਲਮ ਦੇਖਾਂ, ਦਵਦਾ ਲੋਕਾਂ ਦੀਆਂ ਚੁਗਲੀਆਂ ਸੁਣਾ, ਦਵਦਾ ਲੋਕਾਂ ਦੀਆਂ ਗੱਲਾਂ ਕਰਾਂ, ਕਿਸੇ ਨੂੰ ਚੰਗਾ ਕਵਾਂ ਕਿਸੇ ਨੂੰ ਮਾੜਾ ਕਵਾਂ, ਬਸ ਇੱਥੇ ਤਾਂ ਲੱਗੇ ਪਏ। ਇਹ ਆਪੋ ਤਾਪ ਇਹਨਾਂ ਦੀ ਪਈ ਆ। ਅਤੇ ਪ੍ਰਭੂ ਇਹਨਾਂ ਨੂੰ ਆਇਆ ਅੱਗ ਲਾਉਣ, ਅਤੇ ਪ੍ਰਭੂ ਆਇਆ ਇਹਨਾਂ ਨੂੰ ਸਾੜਨ ਦੇ ਲਈ। ਪ੍ਰਭੂ ਆਇਆ ਇੱਕ ਦੂਜੇ ਤੋਂ ਉਹਨਾਂ ਨੂੰ ਜੁਦਾਈ ਪਾਉਣ ਦੇ ਲਈ। ਇਹਨਾਂ ਨੂੰ ਇਕੱਠੇ ਨਹੀਂ ਬਹਿਣ ਦੇਣਾ ਪ੍ਰਭੂ ਨੇ। ਜੇ ਇਹ ਸਾਡੇ ਅੰਦਰ ਇਕੱਠੇ ਬਹਿ ਗਏ ਨਾ ਤਾਂ ਸਤਿਆਨਾਸ ਪ੍ਰਭੂ ਦੇ ਘਰ ਦਾ ਕਰ ਦੇਣਗੇ। ਪ੍ਰਭੂ ਦੀ ਰੂਹ ਆ ਇੱਥੇ, ਪ੍ਰਭੂ ਦਾ ਮੰਦਰ ਆ ਇਹ ਕਰ ਦੇਣਗੇ ਤਬਾਹ। ਅਤੇ ਪ੍ਰਭੂ ਆਇਆ ਰਕਸ਼ਾ ਕਰਨ ਦੇ ਲਈ, ਪ੍ਰਭੂ ਆਇਆ ਸਾਨੂੰ ਬਚਾਉਣ ਦੇ ਲਈ। ਇਹਦਾ ਪੰਜਾਂ ਦੇ ਵਿੱਚੋਂ ਪੰਜਾਂ ਨੂੰ ਕਰੂਗਾ ਜੁਦਾਈ, ਪੰਜਾਂ ਨੂੰ ਲਾਊਗਾ ਅੱਗ। ਹੇ ਪ੍ਰਭੂ ਸਾਡੇ ਅੰਦਰ ਲਾ, ਮੇਰੇ ਅੰਦਰ ਲਾ ਅੱਗ, ਇਹ ਮੇਰੇ ਅੰਦਰ ਪਵਿੱਤਰ ਆਤਮਾ ਅੱਗ ਲਾ, ਇਹਨਾਂ ਦੇ ਉੱਤੇ ਲਾਂਬੂ, ਇਹਨਾਂ ਦੇ ਉੱਤੇ ਬਾਲ ਪਾ ਕੇ ਮਿੱਟੀ ਦਾ ਤੇਲ ਦੇ ਸਾੜ, ਇਹ ਕਦੀ ਜੀਂਦੇ ਨਾ ਹੋਣ, ਮੁੜ ਕੇ ਕਦੀ ਜੀਂਦੇ ਨਾ ਹੋਣ। ਮੈਂ ਇਹ ਪ੍ਰਾਰਥਨਾ ਕਰਦੀ ਹਾਂ ਆਪਣੇ ਵਾਸਤੇ। ਜੇ ਤੁਹਾਨੂੰ ਚੰਗੀ ਲੱਗੇ ਨਾ ਇਹ ਪ੍ਰਾਰਥਨਾ, ਤੁਸੀਂ ਵੀ ਆਪਣੇ ਲਈ ਕਰਿਓ ਕਿ ਨੇ ਸਾਡੇ ਅੰਦਰੋਂ ਨਿਕਲ ਜਾਣ। ਪ੍ਰਭੂ ਸਾੜ ਸੱਟ ਇਹਨਾਂ ਨੂੰ। ਪ੍ਰਭੂ ਹੇ ਮੇਰੇ ਪਿਤਾ ਇਹਨਾਂ ਨੂੰ ਸਾੜ ਦੇ। ਤੂੰ ਸਾੜਨ ਵਾਸਤੇ ਆਇਆ, ਪਰ ਸਾਡੇ ਇਹਨਾਂ ਨੂੰ ਸਾੜ ਦੇ। ਜਦੋਂ ਆਪਾਂ ਕਵਾਂਗੇ ਤੇ ਸਾਡੇ ਜ਼ਰੂਰ ਸੜ ਜਾਣਗੇ। ਸਾੜੂਗਾ ਫਿਰ ਪ੍ਰਭੂ, ਫਿਰ ਸਾੜੂਗਾ। ਉਹ ਕਹਿੰਦਾ ਬੋਲੋ, ਮੰਗੋ ਤਾਂ ਦਿੱਤਾ ਜਾਂਦਾ, ਢੂੰਡੋ ਤਾਂ ਲੱਭਦਾ, ਖੜਕਾਓ ਤਾਂ ਖੋਲ੍ਹਿਆ ਜਾਂਦਾ। ਮੰਗਣ ਤੇ ਢੂੰਡਣ ਖੜਕਾਉਣ ਵਾਲੇ ਨੂੰ ਦਿੱਤਾ ਹੀ ਜਾਂਦਾ ਆ। ਅਤੇ ਪ੍ਰਭੂ ਕੋ ਬਿਰਤੀ ਮੰਗੀਏ, ਮੰਗਣ ਵਾਲੀ, ਢੂੰਡਣ ਵਾਲੀ ਅਤੇ ਖੜਕਾਉਣ ਵਾਲੀ। ਧੰਨਵਾਦ ਕਰੀਏ ਪ੍ਰਭੂ ਜੀ, ਤੇਰਾ ਸ਼ੁਕਰ ਕਰਦੇ ਹਾਂ। ਮੰਗਣ ਅਤੇ ਢੂੰਡਣ ਅਤੇ ਖੜਕਾਉਣ ਵਾਲੀ ਬਿਰਤੀ ਦਿੱਤੀ ਆ। ਮੰਗਿਆ, ਢੂੰਡਿਆ, ਖੜਕਾਇਆ ਅਤੇ ਤੂੰ ਮਿਲ ਗਿਆ। ਹੇ ਪ੍ਰਭੂ ਸਾਡੇ ਅੰਦਰ ਇਹਨਾਂ ਨੂੰ ਲਾ ਕੇ ਅੱਗ ਆਪਣੀ ਪਵਿੱਤਰ ਆਤਮਾ ਦੀ, ਅਤੇ ਇਹਨਾਂ ਪੰਜਾਂ ਨੂੰ ਸਾੜ ਸਿੱਟ, ਇਹਨਾਂ ਪੰਜਾਂ ਨੂੰ ਸਾਡੇ ਵਿੱਚੋਂ ਕੱਢ ਦੇ। ਇਸ ਗੰਦੇ ਪਿਓ ਨੂੰ, ਗੰਦੇ ਪੁੱਤ ਨੂੰ, ਇਸ ਭੈੜੀ ਮਾਂ ਨੂੰ, ਭੈੜੀ ਸੱਸ ਨੂੰ, ਭੈੜੀ ਨੂੰਹ ਨੂੰ ਅਤੇ ਭੈੜੀਆਂ ਧੀਆਂ ਨੂੰ, ਇਹਨਾਂ ਨੂੰ ਜੁਦੇ ਖਤਮ ਕਰਦੇ ਇੱਥੋਂ। ਜਦੋਂ ਕਿਸੇ ਦੇ ਅੰਦਰ ਜੁਦਾਈ ਪੈਂਦੀ ਆ, ਕਿਸੇ ਦੇ ਅੰਦਰ ਕੋਈ ਚੀਜ਼ ਵੱਧ ਹੁੰਦੀ, ਕਿਸੇ ਦੇ ਅੰਦਰ ਕੋਈ ਘੱਟ ਹੁੰਦੀ ਆ, ਭਾਵ ਕਿ ਜਿਹਦੇ ਅੰਦਰ ਪੂਰੇ ਹੀ ਵਿਸ਼ੇ ਪੂਰੇ ਦੇ ਪੂਰੇ ਪੱਕੇ ਹੋਣ, ਉਹ ਤਾਂ ਪੁੱਛੋ ਕਿ ਮਾਂ ਪਿਓ ਦੇ ਘਰ ਦੇ ਅੰਦਰ ਬੱਚੇ ਤਬਾਹੀ ਲਿਆਉਂਦੇ ਆ, ਦੁਖੀ ਕਰਦੇ ਆ। ਕਈ ਬੱਚੇ ਮਾਪਿਆਂ ਨੂੰ ਕੁੱਟ ਸੱਟ ਜਾਂਦੇ ਆ, ਕਈ ਘਰੋਂ ਨਿਕਲ ਜਾਂਦੇ ਆ, ਮਾਪੇ ਸੱਤ ਰੋਂਦੇ ਆ। ਕਿੱਥੇ ਗਏ ਸਾਡੇ ਬੱਚੇ, ਧੀ ਕਿੱਥੇ ਗਈ ਆ, ਸਾਡਾ ਮੁੰਡਾ ਪਤਾ ਨਹੀਂ ਇੰਨਾ ਚੱਕਰ ਹੋ ਗਿਆ, ਸ਼ਰਾਬ ਪੀ ਕੇ ਪਿਆ ਰਹਿੰਦਾ ਆ, ਗਾਲਾਂ ਕੱਢਦਾ ਆ, ਕਹਿੰਦੇ ਆ ਕੁਛ ਮਾਰਨ ਪੈਂਦਾ ਆ। ਅਤੇ ਫਿਰ ਪ੍ਰਭੂ ਦੇ ਦਰ 'ਤੇ ਜਾਂਦੇ ਹਾਂ, ਪ੍ਰਭੂ ਉਹ ਦਰ 'ਤੇ ਜਾਂਦੇ ਹਾਂ, ਪ੍ਰਭੂ ਪਾਸਟਰਾਂ ਨੂੰ ਬੋਲਦੇ, ਸੰਤਾਂ ਨੂੰ ਕਹਿੰਦੇ ਪ੍ਰਾਰਥਨਾ ਕਰੋ ਸਾਡੇ ਲਈ, ਪ੍ਰਾਰਥਨਾ ਕਰੋ ਤਾਂ ਕਿ ਸਾਡੇ ਘਰ ਸ਼ਾਂਤੀ ਆਵੇ। ਭਾਵ ਕਿ ਇਹਨਾਂ ਨੂੰ ਅੱਗ ਲਾਓ, ਇਹਨਾਂ ਨੂੰ ਅੱਗ ਲਾਓ। ਇਹ ਪਾਸਟਰ ਪਾਸਟਰ ਜੀ, ਪ੍ਰਭੂ ਦੇ ਦਾਸ ਜੀ, ਇਹਨਾਂ ਨੂੰ ਪੰਜਾਂ ਨੂੰ ਅੱਗ ਲਾਓ, ਅੱਗ। ਇਹਨਾਂ ਨੂੰ ਪਾਓ ਜੁਦਾਈ। ਇਸ ਸੱਸ ਨੂੰ ਕੱਢੋ, ਇਸ ਨੂੰਹ ਨੂੰ ਕੱਢੋ, ਇਸ ਮਾਂ ਨੂੰ ਕੱਢੋ, ਇਸ ਧੀ ਨੂੰ ਕੱਢੋ, ਇਸ ਪੇ ਨੂੰ ਅਤੇ ਇਸ ਪੁੱਤਰ ਨੂੰ ਕੱਢ ਦਿਓ, ਲੂਹ ਦਿਓ, ਇਹਨਾਂ ਨੂੰ ਲੂਹ ਦਿਓ। ਨਹੀਂ ਚਾਹੀਦੇ, ਇਹ ਨਹੀਂ ਚਾਹੀਦੇ। ਜਦੋਂ ਇਹ ਨਿਕਲ ਗਏ ਅਤੇ ਪ੍ਰਭੂ ਜੀ ਕੀ ਕਰੂਗੇ? ਪ੍ਰਭੂ ਜੀ ਆਪਣੇ ਜਿਹੜੇ ਪ੍ਰਭੂ ਦੇ ਆਪਣੇ ਦਾਸ ਆ, ਉਹ ਹੈਗਾ ਸਤ, ਸੰਤੋਖ, ਧਰਮ, ਧੀਰਜ, ਅਕਲ, ਮਤ, ਬੁੱਧ, ਚੰਗੀ ਬੁੱਧੀ, ਨੇਚਾ ਪ੍ਰੇਮ, ਚੰਗੀ ਬੁੱਧੀ, ਸਤ, ਸੰਤੋਖ, ਇਹ ਪੰਜੇ ਆ ਜਾਣਗੇ ਇਹਨਾਂ ਦੇ ਅੰਦਰ। ਇਹਨਾਂ ਦੇ ਬੱਚੇ ਫਿਰ ਪੈਦਾ ਹੋਣਗੇ। ਧਰਮ, ਧੀਰਜ, ਸ਼ਾਂਤੀ, ਨਰਮਾਈ, ਮਿੱਠਾ ਬੋਲਣਾ, ਸੰਜਮ ਵਿੱਚ ਰਹਿਣਾ, ਕਿਸੇ ਦਾ ਹੱਕ ਨਹੀਂ ਖਾਣਾ, ਕਿਸੇ ਨੂੰ ਕੌੜਾ ਨਹੀਂ ਬੋਲਣਾ। ਇਹ ਆ ਜਾਣਗੇ, ਫਿਰ ਇਹ ਆ ਜਾਣਗੇ। ਤਾਂ ਇਹਨਾਂ ਨੂੰ ਹੀ ਪ੍ਰਭੂ ਅੱਗ ਲਾਉਣ ਲਈ ਆਇਆ।
ਆਪਾਂ ਨੂੰ ਕਾਫੀ ਸਮਝ ਇੱਥੇ ਆ ਜਾਣੀ ਚਾਹੀਦੀ ਆ ਕਿ ਵਾਕਿਆ ਗੱਲ ਸੱਚੀ ਆ, ਕਿਉਂਕਿ ਪ੍ਰਭੂ ਜੀ ਸਾਡੇ ਮਿਲਾਪ ਦੀਆਂ ਜੁੱਤੀਆਂ ਪਾਉਣ ਆਏ, ਸਾਨੂੰ ਬਚਾਉਣ ਲਈ ਆਏ। ਉਹ ਸਾਡੇ ਲਈ ਆਪਾ ਵਾਰ ਦਿੱਤਾ, ਸਾਡੇ ਲਈ ਕੋਰੜੇ ਸਹੇ, ਹੱਥਾਂ ਦੇ ਵਿੱਚ ਖੂਨ, ਹੱਥਾਂ 'ਚ ਕਿੱਲ ਠੁਕਵਾਏ, ਪੈਰਾਂ 'ਚ ਕਿੱਲ ਠੁਕਵਾਏ, ਕੰਡਿਆਂ ਦਾ ਤਾਜ ਪਹਿਨਿਆ, ਮੂੰਹ 'ਚ ਥੁਕਵਾਇਆ, ਦਾੜੀ ਪਟਵਾਈ। ਪ੍ਰਭੂ ਨੇ ਸਾਡੇ ਲਈ ਕਿੰਨੇ ਦੁੱਖ ਸਹੇ, ਬੱਖੀ ਵਿੱਚ ਛੁਰਾ ਖਾਧਾ, ਅਤੇ ਪ੍ਰਭੂ ਇੰਨੇ ਦੁੱਖ ਸਾਡੇ ਲਈ ਸਹਿ ਕੇ ਫਿਰ ਸਾਨੂੰ ਮਾਰਨ ਆਇਆ। ਮਾਰਨ ਇਹਨਾਂ ਨੂੰ ਆਇਆ, ਮਾਰਨ ਇਹਨਾਂ ਨੂੰ ਆਇਆ। ਜਦੋਂ ਹੀ ਪ੍ਰਭੂ ਨੇ ਸਾਡੇ ਲਈ ਕੁਰਬਾਨੀ ਦੇ ਦਿੱਤੀ, ਉਦੋਂ ਹੀ ਇਹਨਾਂ ਨੂੰ ਸਮਝ ਲਾ ਪ੍ਰਭੂ ਨੇ ਅੱਗ ਲਾ ਦਿੱਤੀ। ਜਦੋਂ ਪ੍ਰਭੂ ਕਬਰ ਵਿੱਚੋਂ ਨਿਕਲੇ ਤਾਂ ਫਿਰ ਇਹਨਾਂ ਨੂੰ ਜੁਦੇ ਪਾੜ ਕੇ, ਇਹਨਾਂ ਦੇ ਚੀਰ ਕੇ, ਜਦੋਂ ਕਨਾਤਾਂ ਪਾਟੀਆਂ, ਇਹਨਾਂ ਦੇ ਢਿੱਡ ਪਾੜ ਦਿੱਤੇ ਸੀ, ਇਹਨਾਂ ਦੇ ਕੱਪੜੇ ਪਾੜ ਦਿੱਤੇ ਸੀ। ਸਮਝ ਲਓ ਗੰਦੀ ਆਤਮਾ, ਸ਼ੈਤਾਨੀ ਤਾਕਤਾਂ ਨੂੰ ਨੰਗਿਆਂ ਕਰ ਦਿੱਤਾ ਸੀ ਪਰਮੇਸ਼ਰ ਨੇ। ਉਸ ਵੇਲੇ ਪਰਦਾ ਫਾੜ ਦਿੱਤਾ ਸੀ ਇਹਨਾਂ ਦੇ ਝੂਠ ਦਾ। ਕਨਾਤਾਂ ਨਹੀਂ ਪਾਟੀਆਂ ਸੀ, ਇਹਨਾਂ ਦੇ ਪਰਦੇ ਫਾਟੇ ਸੀਗੇ, ਵੈਰੀ ਦੇ ਝੂਠ ਦੇ ਪਰਦੇ ਫਾਟੇ ਸੀਗੇ, ਝੂਠ ਦੇ ਪਰਦੇ ਫਾਟੇ ਸੀਗੇ ਉਸ ਵੇਲੇ। ਹਾਲੇਲੂਇਆ। हे ਮੇਰੇ ਪਰਮੇਸ਼ਰ, ਤੇਰਾ ਧੰਨਵਾਦ, ਤੇਰਾ ਧੰਨਵਾਦ, ਤੇਰਾ ਧੰਨਵਾਦ। ਤੋ ਪ੍ਰਭੂ ਇਹਨਾਂ ਦੇ ਕੋਲੋਂ ਸਾਨੂੰ ਛਡਾਉਣ ਲਈ ਆਇਆ, ਇਹਨਾਂ ਨੂੰ ਅੱਗ ਲਾਉਣ ਲਈ ਆਇਆ। ਜਿਸ ਤਰ੍ਹਾਂ ਮੈਂ ਤਾਂ ਬੇਨਤੀਆਂ ਕਰਦੀ ਪ੍ਰਭੂ ਅੱਗੇ, ਪ੍ਰਭੂ ਜੀ ਮੇਰੇ ਅੰਦਰੇ ਜੇ ਵਿਸ਼ੇ ਜੇ ਜਿੱਥੇ ਪਏ ਦਿਸਦੇ, ਉਹਨਾਂ ਨੂੰ ਅੱਗ ਲਾ ਦਿਓ, ਉਹਨਾਂ ਨੂੰ ਲੂ ਸਿੱਟੋ। हे ਪਵਿੱਤਰ ਆਤਮਾ ਦੀ, ਅਸੀਂ ਕਹਿੰਦੇ ਨਾ ਫਾਇਰ, ਅੱਗ ਪਵੇ। ਜਦੋਂ ਕਿਸੇ ਦੇ ਭੂਤ ਲੇਟ ਦਾ ਚੀਕਾਂ ਮਾਰਦਾ, ਹਾਏ ਅੱਗ ਪੈਂਦੀ ਆ, ਹਾਏ, ਅਸੀਂ ਹੋਰ ਕਹਿੰਦੇ ਆ ਆਹ ਪਰਮੇਸ਼ਰ ਤੇਰੀ ਰੂਹ ਦੀ ਅੱਗ, ਯਿਸੂ ਨਾਸਰੀ ਪਿਤਾ ਤੇਰੀ ਪਵਿੱਤਰ ਆਤਮਾ ਦੀ ਇਹਦੇ 'ਤੇ ਅੱਗ ਪਵੇ, ਫਾਇਰ ਪਵੇ, ਅੱਗ ਲੱਗ ਜਾਵੇ ਇਹਨੂੰ ਅੱਗ। ਉਹ ਕਹਿੰਦਾ ਹਾਏ ਅੱਗ ਲੱਗ ਗਈ, ਹਾਏ ਅੱਗ ਲੱਗ ਗਈ, ਹਾਏ। ਇਹਨਾਂ ਨੂੰ ਅੱਗ ਲਾਉਣ ਆਇਆ ਪ੍ਰਭੂ ਜੀ, ਇਹਨਾਂ ਨੂੰ ਅੱਗ। ਇਹ ਫਾਇਰ, ਇਹਨਾਂ ਸਾੜੇ ਜਾ ਰਹੇ ਇਹ ਵਿਸ਼ੇ, 5 ਗੰਦੇ, ਪੰਜ ਹੀ ਕਿਉਂ ਗਿਣੇ? 5 ਇਹਨਾਂ 5 ਨੂੰ ਅੱਗ ਲਾਉਣ ਲਈ ਆਇਆ। ਇਹਨਾਂ 5 ਨੂੰ ਸਾਡੇ ਘਰੋਂ ਕੱਢਣ ਦੇ ਲਈ ਆਇਆ। ਇਹਨਾਂ 5 ਨੂੰ ਜੁਦੇ ਕਰਨ ਲਈ ਆਇਆ, ਇੱਥੋਂ ਖਤਮ ਕਰਨ ਲਈ ਆਇਆ, ਅਤੇ ਆਪਣਾ ਪਰਿਵਾਰ ਇੱਥੇ ਵਸਾਉਣ ਦੇ ਲਈ ਆਇਆ। ਉਹ ਪਿਆਰਾ ਪਰਿਵਾਰ ਜਿਹੜਾ ਕੋਈ ਹੁਣ ਜਦੋਂ ਪ੍ਰਭੂ ਵਿੱਚ ਗੱਲਬਾਤ ਕਰਦਾ, ਕਹਿੰਦੇ ਤੁਸੀਂ ਕਿੱਥੋਂ ਸ਼ਾਂਤੀ ਮਿਲੀ ਤੁਹਾਨੂੰ? ਬੜਾ ਪਿਆਰ ਆ। ਅੱਗੇ ਤਾਂ ਫਲਾਨਾ ਤੁਹਾਡੇ ਘਰ ਦੇ ਵਿੱਚ ਇੱਦਾਂ ਸੀ, ਹੁਣ ਤਾਂ ਤੁਸੀਂ ਬੜੀ ਸ਼ਾਂਤੀ ਆ। ਫਿਰ ਹੁਣ ਇਹ ਪ੍ਰਭੂ ਜੀ ਨੇ ਦਿੱਤੀ ਆ। ਪ੍ਰਭੂ ਇਹ ਮੇਲ ਕਰਾਉਣ ਲਈ ਆਇਆ। ਇੱਥੇ ਪ੍ਰਭੂ ਕਹਿੰਦਾ ਮੈਂ ਮੇਲ ਕਰਾਉਣ ਨਹੀਂ, ਮੈਂ ਤੁਹਾਨੂੰ ਆਖਦਾ ਹਾਂ ਸਗੋਂ ਜੁਦਾਈ, ਇਹਨਾਂ ਦੀ ਜੁਦਾਈ। ਫਿਰ ਦੇਖਿਓ ਪ੍ਰਭੂ ਜੀ ਕਿੱਦਾਂ ਗੰਢ ਖੋਲ੍ਹਦੇ ਆ। ਅੱਛਾ, ਇਹ ਸਾਰੇ ਅੱਡੋ ਅੱਡ ਹੋਣਗੇ, ਪਿਓ ਪੁੱਤਰ ਦੇ, ਮਾਂ ਧੀ ਦੇ ਵਿਰੁੱਧ, ਇਹ ਆਪਾਂ ਪੜ੍ਹ ਚੁੱਕੇ ਹਾਂ। ਓਕੇ, ਫਿਰ ਪ੍ਰਭੂ ਜੀ ਨੇ ਇੱਥੇ ਕਿਹਾ ਸਾਰੇ ਜੁਦਾਈ ਪਾਉਣਗੇ ਇੱਕ ਦੂਜੇ ਦੇ, ਮਾਂ ਦੇ ਵਿਰੁੱਧ ਧੀ ਦੇ ਵਿਰੁੱਧ ਮਾਂ, ਔਰ ਨੂੰਹ ਦੇ ਵਿਰੁੱਧ ਸੱਸ ਦੇ ਵਿਰੁੱਧ ਨੂੰਹ। ਓਕੇ, ਫਿਰ ਇਹ ਸਾਰੇ ਜਦੋਂ ਖਤਮ ਕੀਤੀ ਗੱਲ, ਤੇ ਫਿਰ ਕਹਿੰਦੇ ਪ੍ਰਭੂ, ਫਿਰ ਉਸਨੇ ਭੀੜ ਨੂੰ ਵੀ ਕਿਹਾ, ਜਦ ਲਹਿੰਦੇ ਪਾਸੇ ਬੱਦਲ ਉੱਠਦਾ ਵੇਖਦੇ ਹੋ, ਤੁਸੀਂ ਝੱਟ ਆਖਦੇ ਹੋ ਮੀਂਹ ਆਉਂਦਾ ਹੈ, ਅਤੇ ਉਸੇ ਤਰ੍ਹਾਂ ਹੁੰਦਾ ਹੈ। ਪ੍ਰਭੂ ਜੀ ਕਹਿੰਦੇ, ਨਿਊ ਟੈਸਟਮਨੀ ਆ ਸਾਰੀ ਇਹ, ਕਹਿੰਦੇ ਤੁਸੀਂ ਜਦੋਂ ਨਾ ਦੇਖਦੇ ਆ ਵੀ ਲਹਿੰਦੇ ਪਾਸਿਓਂ ਨਾ ਉੱਠਿਆ ਬੱਦਲ, ਅਤੇ ਹੁਣ ਮੀਂਹ ਆਉਣ ਵਾਲਾ ਆ, ਵੈਦਰ ਇੱਦਾਂ ਦਾ ਹੋਣਾ ਆ, ਧੁੱਪ ਲੱਗਣੀ ਜਾਂ ਮੀਂਹ, ਇਹ ਤੁਹਾਨੂੰ ਲੱਗ ਜਾਂਦਾ ਨਾ ਪਤਾ। ਔਰ ਜਦ ਦੱਖਣ ਦੀ ਵਾਹ ਵਗਦੀ ਹੈ, ਤਦ ਆਖਦੇ ਹੋ ਭਈ ਗਰਮੀ ਹੋਵੇਗੀ, ਅਤੇ ਉਹ ਹੁੰਦੀ ਹੈ, ਉਸੇ ਤਰ੍ਹਾਂ ਹੀ ਹੁੰਦੀ ਹੈ। ਹੁਣ ਦੇਖੋ ਪਰਮੇਸ਼ਰ ਸਾਨੂੰ ਕੀ ਕਹਿ ਰਿਹਾ ਹੈ, ਹੇ ਕਪਟੀਓ, ਜਿਹੜੇ ਅਸੀਂ ਸਮਝਦੇ ਨਹੀਂ, ਹੇ ਕਪਟੀਓ, ਧਰਤੀ ਅਤੇ ਆਕਾਸ਼ ਦੇ ਤੌਰ ਭੌਰ ਵੀ ਦੀ ਜਾਂਚ ਕਰਨੀ ਤੁਹਾਨੂੰ ਆਉਂਦੀ ਹੈ। ਤੁਸੀਂ ਇੱਕਦਮ ਕਹਿ ਦਿੱਤਾ ਮੂੰਹ ਭਰ ਕੇ ਕਿ ਧੀ ਨੂੰ ਮਾਂ ਲੱਗ ਹੋਊਗੀ, ਮਾਂ ਨੂੰ ਧੀ ਲੱਗ ਹੋਊਗੀ, ਪੇ ਤੋਂ ਪੁੱਤ ਲੱਗ ਹੋਊਗਾ, ਪੁੱਤ ਤੋਂ ਪੇ ਲੱਗ ਹੋਊਗਾ। ਪ੍ਰਭੂ ਇਹ ਕੁਛ ਕਹਿੰਦਾ ਮੈਂ ਕਰਨ ਆਇਆ, ਆਹ ਹਾਲਾਤ ਹੋਣਗੇ। ਉਹ ਇਹ ਤਾਂ ਆਲਰੇਡੀ ਦੁਨੀਆ ਨੂੰ ਦਿਸਦੇ ਆ, ਇਹ ਤਾਂ ਵੈਰੀ ਨੇ ਕੀਤੇ ਆ, ਪਰਮੇਸ਼ਰ ਨੇ ਥੋੜ੍ਹਾ ਕੀਤੇ ਆ। ਪਰਮੇਸ਼ਰ ਤਾਂ ਇੱਥੇ ਕਹਿੰਦਾ, ਉਹ ਤਾਂ ਤੁਹਾਨੂੰ ਲੱਗ ਗਈ ਸਮਝ, ਪਰ ਇੱਥੇ ਤੁਸੀਂ ਮੇਰਾ ਨਾਂ ਕਰ ਦਿੱਤਾ ਕਿ ਪ੍ਰਭੂ ਦਾ, ਤਾਂ ਕਹਿੰਦਾ ਆ ਕਿ ਜੋ ਕੁਛ ਇਹ ਤਾਂ ਸ਼ੈਤਾਨ ਕਰ ਰਿਹਾ, ਇਹ ਤਾਂ ਵੈਰੀ ਕਰ ਰਿਹਾ, ਇਹਨੂੰ ਤਾਂ ਕੱਢਣ ਵਾਸਤੇ ਆਇਆ, ਇਹਨੂੰ ਤਾਂ ਅੱਗ ਲਾਉਣ ਵਾਸਤੇ ਆਇਆ। ਉਹ ਬੜੀ ਡੂੰਘਾਈ ਦੀ ਗੱਲ ਆ, ਇਹ ਸਮਝਣ ਵਾਲੀ।
ਤਾਂ ਇੱਥੇ ਪ੍ਰਭੂ ਕਹਿੰਦਾ ਕਿ ਜਦੋਂ ਤੁਹਾਨੂੰ ਇਹ ਹਵਾ ਤੋਂ ਤੁਸੀਂ ਪਛਾਣ ਲੈਂਦੇ ਆ ਕਿ ਇਸ ਤਰ੍ਹਾਂ ਹਵਾ ਤੋਂ ਤੁਸੀਂ ਵੈਦਰ ਤੋਂ ਦੇਖਦੇ ਆ ਕਿ ਹਵਾ ਇੱਧਰ ਦੀ ਆਉਣ ਵਾਲੀ ਹੈ ਤੇ ਮੀਂਹ ਆਉਣ ਵਾਲਾ ਤੇ ਗਰਮੀ ਆਉਣ ਵਾਲੀ ਆ, ਜਾਂਚ ਕਰਨੀ ਤੁਹਾਨੂੰ ਆਉਂਦੀ ਆ, ਪਰ ਸਮੇਂ ਦੀ ਜਾਂਚ ਕਰਨੀ ਤੁਹਾਨੂੰ, ਪਰ ਇਸ ਸਮੇਂ ਦੀ ਜਾਂਚ ਕਰਨੀ ਤੁਹਾਨੂੰ ਕਿਉਂ ਨਹੀਂ ਆਉਂਦੀ? ਧਰਤੀ ਉੱਤੇ ਆਕਾਸ਼ ਦੇ ਤੌਰ ਭੌਰ ਦੀ ਜਾਂਚ ਕਰਨੀ ਤੁਹਾਨੂੰ ਆਉਂਦੀ ਹੈ, ਪਰ ਇਸ ਸਮੇਂ ਦੀ ਜਾਂਚ ਕਰਨੀ ਤੁਹਾਨੂੰ ਕਿਉਂ ਨਹੀਂ ਆਉਂਦੀ? ਆ ਜਿਹੜਾ ਪਰਮੇਸ਼ਰ ਇੱਥੇ ਕਹਿੰਦਾ ਮੈਂ ਗੱਲ ਕਹਿ ਰਿਹਾ, ਇਹਦੀ ਜਾਂਚ ਕਰਨੀ ਤੁਹਾਨੂੰ ਕਿਉਂ ਨਹੀਂ ਆਉਂਦੀ? ਕਿ ਮੈਂ ਅੱਗ ਕਿਹਨੂੰ ਲਾਉਣਾ ਆ, ਮੈਂ ਜੁਦਾਈ ਕਿਹਦੀ ਪਾਉਣਾ ਆ, ਮੈਂ ਜੁਦੇ ਕਿਹੜੀਆਂ ਨੂੰਹਾਂ ਨੂੰ, ਕਿਹੜੀਆਂ ਸੱਸਾਂ ਨੂੰ, ਦੁਨਿਆਵੀ ਉਹਨਾਂ ਨੂੰ। ਤੇ ਮੈਂ ਤਾਂ ਬਹੁਤ ਘਰਾਂ ਦੇ ਵਿੱਚ ਖੁਦ ਸੁਣੀਦਾ, ਜਦੋਂ ਦੇ ਪ੍ਰਭੂ ਦੇ ਕੋਲ ਅਸੀਂ ਆਏ, ਅਸੀਂ ਤਾਂ ਨੂੰਹ ਸੱਸ ਬੜਾ ਲੜਦੀਆਂ ਹੁੰਦੀਆਂ ਸੀਗੀਆਂ, ਹੁਣ ਤਾਂ ਸਾਡੇ ਵਿੱਚ ਸੂਈ ਨਹੀਂ ਲੰਘਦੀ ਕਿਤੇ, ਅਸੀਂ ਤਾਂ ਪ੍ਰੇਮ ਦੇ ਨਾਲ, ਤੇ ਬੱਚੇ ਵੀ ਸਾਡੇ ਬਿਲਕੁਲ ਹੁਣ ਸ਼ਰਾਬ ਨਹੀਂ ਪੀਂਦੇ, ਹੁਣ ਤਾਂ ਬਾਈਬਲ ਪੜ੍ਹਦੇ ਆ, ਹੁਣ ਤਾਂ ਉਹ ਚਰਚ ਜਾਂਦੇ ਆ, ਹੁਣ ਤਾਂ ਇੰਨੀਆਂ ਸਿਫਤਾਂ ਸੁਣੀਦੀਆਂ ਆ ਜਦੋਂ ਕੋਈ ਪ੍ਰਭੂ ਦੇ ਆਖੇ ਲੱਗ ਕੇ ਤੇ ਤੁਰ ਪੈਂਦਾ ਆ ਚੰਗੇ ਰਾਹ 'ਤੇ। ਇੰਨੇ ਚਿਰ ਤੋਂ ਆਹ ਬਿਮਾਰੀ ਲੱਗੀ ਸੀਗੀ, ਉਹ ਬਿਮਾਰੀ ਸਾਡੀ ਹਟ ਗਈ। ਇੰਨੇ ਚਿਰ ਤੋਂ ਸਾਡਾ ਆਹ ਹੁੰਦਾ ਸੀਗਾ, ਉਹ ਸਾਡਾ ਆ ਵੀ ਹਟ ਗਿਆ, ਠੀਕ ਹੋ ਗਿਆ। ਤਾਂ ਪ੍ਰਭੂ ਕਹਿੰਦਾ ਇੱਥੇ ਤੁਸੀਂ ਕਿੱਦਾਂ ਮੇਰੇ 'ਤੇ ਬਚਨ ਮੜ ਦਿੱਤਾ ਹੈ ਇਸ ਗੱਲ ਦਾ, ਬਈ ਮੈਂ ਧੀ ਨੂੰ ਲੱਗ ਤੇ ਨੂੰਹ ਨੂੰ ਲੱਗ ਤੇ ਪੁੱਤ ਨੂੰ ਲੱਗ ਤੇ ਪੇ ਨੂੰ ਲੱਗ ਕਰਨ ਵਾਸਤੇ ਆਇਆ। ਨਹੀਂ, ਬਿਲਕੁਲ ਨਹੀਂ। ਉਹ ਤਾਂ ਸਾਨੂੰ ਇਕੱਠੇ ਕਰਨ ਦੇ ਲਈ ਆਇਆ। ਭਲਿਓ ਲੋਕੋ, ਪਿਆਰਿਓ, ਇਕੱਠੇ ਕਰਨ ਲਈ ਆਇਆ, ਸਾਨੂੰ ਅੱਗ ਲਾਉਣ ਲਈ ਆਇਆ, ਕਾਮ ਨੂੰ ਤੇ ਕ੍ਰੋਧ ਨੂੰ, ਲੋਭ ਨੂੰ ਤੇ ਮੋਹ ਨੂੰ, ਹੰਕਾਰ ਨੂੰ। ਪ੍ਰਭੂ ਨੇ ਕਿਹਾ ਪੰਜਾਂ ਨੂੰ ਅਲੱਗ ਕਰਨ ਦੇ ਲਈ ਆਇਆ, ਪੰਜਾਂ ਨੂੰ, ਇਹ 5 ਵਿਸ਼ਿਆਂ ਨੂੰ, ਤੇ ਇਹਨਾਂ ਦੇ ਗਾਂਤੀਆਂ ਪੁੱਤਰਾਂ ਨੂੰ। ਤਾਂ ਪਰਮੇਸ਼ਰ ਜੀ, ਪ੍ਰਭੂ ਜੀ ਕਹਿੰਦੇ ਆ ਇਹ ਤੁਹਾਨੂੰ ਸਮੇਂ ਦੀ ਜਾਂਚ ਕਰਨੀ ਬੜੀ ਆਉਂਦੀ ਆ, ਪਰ ਇਸ ਸਮੇਂ ਦੀ ਜਾਂਚ ਕਰਨੀ ਕਿਉਂ ਨਹੀਂ ਆਉਂਦੀ? ਤੁਸੀਂ ਆਪੇ ਹੀ ਉਸ ਨੂੰ ਜੋ ਠੀਕ ਹੈ ਕਿਉਂ ਨਹੀਂ ਵਿਚਾਰ ਕਰਦੇ ਹੋ? ਜਿਹੜੀ ਸਹੀ ਗੱਲ ਲੱਗੇ ਉਹਦੀ ਵਿਚਾਰ ਕਿਉਂ ਨਹੀਂ ਕਰਦੇ? ਇੱਥੇ ਕਿੱਦਾਂ ਇੱਕਦਮ ਅਸੀਂ ਕਹਿ ਸਕਦੇ ਹਾਂ ਕਿ ਪ੍ਰਭੂ ਆਇਆ, ਕਹਿੰਦਾ ਕਿ ਜੁਦਾਈ ਹੋਊਗੀ। ਜੁਦਾਈ ਦੁਨੀਆ ਦੇ ਸਰੀਰਾਂ ਦੀ ਨਹੀਂ ਕਰਨ ਲਈ ਆਇਆ ਪ੍ਰਭੂ ਤਾਂ ਜਿਹੜੀ ਅੰਦਰ ਗੰਦੀਆਂ ਰੂਹਾਂ ਵਸਦੀਆਂ ਉਹਨਾਂ ਨੂੰ ਕੱਢਣ ਲਈ, ਉਹਨਾਂ ਦਾ ਢਿੱਡ ਪਾੜਨ ਲਈ, ਉਹਨਾਂ ਨੂੰ ਅੱਗ ਲਾਉਣ ਵਾਸਤੇ ਆਇਆ। ਜਿਹੜੇ ਸਾਡੇ ਅੰਦਰ ਘਰ ਕਰਕੇ ਬੈਠ ਗਏ ਆ, ਜਿਹੜੇ ਸਾਡੇ ਅੰਦਰ ਸ਼ੈਤਾਨੀ ਰੂਹਾਂ ਨੇ ਡੇਰੇ ਲਾਏ ਆ, ਉਹਨਾਂ ਨੂੰ ਅੱਗ ਲਾਉਣ ਲਈ ਆਇਆ, ਤੇ ਪ੍ਰਭੂ ਉਹਨਾਂ ਨੂੰ ਲਾਵੇ। ਤੋ ਵਿਚਾਰ ਕਿਉਂ ਨਹੀਂ ਕਹਿੰਦੇ? ਤੁਸੀਂ ਆਪੇ ਹੀ ਉਸ ਨੂੰ ਜੋ ਠੀਕ ਹੈ ਕਿਉਂ ਨਹੀਂ ਵਿਚਾਰ ਕਰਦੇ ਹੋ? ਜਦ ਤੂੰ ਆਪਣੇ ਮੁੱਦੀ ਨਾਲ ਹਾਕਮ ਦੇ ਸਾਹਮਣੇ ਜਾਂਦਾ ਹੈ ਤਾਂ ਰਸਤੇ ਵਿੱਚ ਉਸ ਤੋਂ ਛੁੱਟਣ ਦਾ ਯਤਨ ਕਰ। ਹੁਣ ਤੂੰ ਭਾਵ ਕਿ ਇੱਥੇ ਪਰਮੇਸ਼ਰ ਜੀ ਕਹਿੰਦੇ ਆ, ਜਦ ਤੂੰ ਆਪਣੇ ਮੁੱਦੀ ਨਾਲ ਹਾਕਮ ਦੇ ਸਾਹਮਣੇ ਜਾਂਦਾ ਹੈ ਤਾਂ ਰਸਤੇ ਵਿੱਚ ਉਸ ਤੋਂ ਛੁੱਟਣ ਦਾ ਯਤਨ ਕਰ। ਆਪਣੇ ਮੁੱਦੀ ਨਾਲ, ਪਰਮੇਸ਼ਰ ਜਿੰਨਾ ਚਿਰ ਤੇਰਾ ਮੁੱਦੀ ਆ, ਪਰਮੇਸ਼ਰ ਤੇਰੇ ਵਿੱਚ ਹੈ ਨਾ, ਤੇ ਤੂੰ ਰਾਹ 'ਚ ਤੁਰਿਆ ਜਾਣਾ। ਆ ਸਰੀਰ ਸਾਡਾ ਜਿੰਨਾ ਚਿਰ ਸਾਡੇ ਨਾਲ, ਪਰਮੇਸ਼ਰ ਸਾਡੇ ਅੰਦਰ ਆ, ਸਾਡੇ ਸਾਹ ਅੰਦਰ ਚੱਲਦੇ ਆ, ਤੇ ਇਹ ਅਸੀਂ ਹਲੇ ਰਸਤੇ ਵਿੱਚ ਜਾ ਰਹੇ ਹਾਂ, ਪਹੁੰਚੇ ਨਹੀਂ ਅਸੀਂ ਪਰਮੇਸ਼ਰ ਕੋਲ, ਅਸੀਂ ਹਲੇ ਰਾਹ ਵਿੱਚ ਹਾਂ। ਭਾਵ ਕਿ ਸਰੀਰ ਜਿੰਨਾ ਚਿਰ ਸਾਡੇ ਕੋਲ ਸਰੀਰ ਆ, ਅਸੀਂ ਰਾਹ 'ਚ ਹਾਂ, ਅਸੀਂ ਰਾਹ ਦੇ ਵਿੱਚ ਸਮਝ ਸਕਦੇ ਹਾਂ ਕੀ ਕਰਨਾ, ਕੀ ਨਹੀਂ ਕਰਨਾ। ਤੇ ਜਦੋਂ ਸਾਡੇ ਕੋਲੋਂ ਰਾਹ ਮੁੱਕ ਗਿਆ, ਜਦੋਂ ਐਂਡ ਆ ਗਈ ਰਾਹ, ਜਿੱਦਾਂ ਘਰ ਆ ਗਿਆ, ਚਾਹੇ ਹੁਣ ਘਰ ਆ ਗਿਆ ਨਰਕ ਦਾ ਤੇ ਚਾਹੇ ਆ ਗਿਆ ਹੁਣ ਸਵਰਗ ਦਾ, ਨਿਬੇੜਾ ਤੇਰਾ ਉੱਥੇ ਹੋਣਾ ਆ। ਜਦੋਂ ਘਰ ਆਵੇ ਤਾਂ ਰਸਤਾ ਮੁੱਕ ਜਾਂਦਾ, ਗੱਡੀ ਰੋਡ 'ਤੇ ਚੱਲਦੀ ਆ, ਜਦੋਂ ਘਰ ਆ ਜਾਏ ਤੇ ਗੱਡੀ ਆਪਣੇ ਘਰ ਖੜੋ ਜਾਂਦੀ ਆਣ ਕੇ। ਜਦੋਂ ਤੇਰਾ ਸਰੀਰ ਰੂਪੀ ਭਾਂਡਾ ਫੁੱਟ ਗਿਆ ਨਾ, ਫਿਰ ਤੇਰੀ ਹੋਣੀ ਇੱਦਾਂ ਦੀ ਆਉਣੀ। ਜੇ ਤਾਂ ਤੂੰ ਚੰਗੇ ਕਰਮ ਕਰਦਾ ਆ, ਚੰਗੇ ਪਰਮੇਸ਼ਰ ਦੇ ਆਖੇ ਲੱਗਦਾ ਆ, ਤੇ ਫਿਰ ਤੇ ਤੇਰੀ ਚੰਗਿਆਈ ਪੇਸ਼ ਹੋਊਗੀ। ਤੇ ਜੇ ਤੂੰ ਬੁਰੇ ਕੰਮ ਕਰਦਾ ਆ, ਨਹੀਂ ਆਖੇ ਲੱਗਦਾ, ਜਿਹੜੇ ਇਹ ਤੇਰੇ ਅੰਦਰ ਬੈਠੇ ਆ, ਇਹਨਾਂ ਦੇ ਤੇ ਇਹ ਤੇਰੇ 'ਤੇ ਰਾਜ ਕਰਦੇ ਆ, ਤੇ ਫਿਰ ਪਰਮੇਸ਼ਰ ਕਹਿੰਦਾ ਤੂੰ ਸਮਝ ਲੈ, ਜਦ ਤੂੰ ਆਪਣੇ ਮੁੱਦੀ ਨਾਲ ਹਾਕਮ ਦੇ ਸਾਹਮਣੇ ਜਾਂਦਾ ਹੈ ਤਾਂ ਰਸਤੇ ਵਿੱਚ ਉਸ ਦੇ ਛੁੱਟਣ ਦਾ ਯਤਨ ਕਰ। ਹੁਣ ਤੂੰ ਆਇਆ ਆ ਸੰਸਾਰ ਦੇ ਵਿੱਚ, ਸਰੀਰ ਦੇ ਵਿੱਚ, ਇਸ ਰਸਤੇ ਦੇ ਵਿੱਚ ਛੁੱਟਣ ਦਾ ਯਤਨ ਕਰ, ਛੁੱਟਣ ਦਾ ਯਤਨ ਕਰ। ਇਹਨਾਂ 5 ਨੂੰ ਕੱਢ, ਪਰਮੇਸ਼ਰ ਅੱਗੇ ਦੁਹਾਈ ਦੇ। ਮੱਤੇ
ਉਹ ਤੈਨੂੰ ਹਾਕਮ ਦੇ ਕੋਲ ਖਿੱਚ ਖੜੇ। ਇੱਦਾਂ ਨਾ ਹੋਵੇ ਹਾਕਮ ਦੇ ਕੋਲ ਖਿੱਚ ਖੜੇ ਅਤੇ ਹਾਕਮ ਤੈਨੂੰ ਦਰੋਗੇ ਦੇ ਹਵਾਲੇ ਕਰੇ ਅਤੇ ਦਰੋਗਾ ਤੈਨੂੰ ਕੈਦ ਵਿੱਚ ਪਾਵੇ। ਫਿਰ ਭੈੜੇ ਦੂਤ ਸ਼ੈਤਾਨੀ ਤਾਕਤਾਂ ਤੈਨੂੰ ਖਿੱਚ ਲੈਣ। ਐਸਾ ਨਾ ਹੋਵੇ ਕਿ ਪ੍ਰਭੂ ਤੇਰੇ 'ਤੇ ਨਾਰਾਜ਼ ਹੋਵੇ ਅਤੇ ਫਿਰ ਤੈਨੂੰ ਇਹਨਾਂ ਦੂਤਾਂ ਭੈੜਿਆਂ ਦੇ ਸ਼ੈਤਾਨੀ ਦੂਤ ਜਿਹੜੇ ਆ ਉਹਨਾਂ ਦੇ ਹਵਾਲੇ ਕਰੇ। ਮੈਂ ਤੈਨੂੰ ਆਖਦਾ ਹਾਂ ਭਈ ਤੂੰ ਉੱਥੇ ਕਿਸੇ ਬਿਧ ਨਾ ਛੁੱਟੇਂਗਾ ਜਿੰਨਾ ਚਿਕਰ ਕੌਡੀ ਨਾ ਭਰ ਦੇਵੇਂ। ਇਹ ਰਾਹ ਦੇ ਵਿੱਚ ਹੁਣ ਆਪਣਾ ਫੈਸਲਾ ਕਰ ਅਤੇ ਆਪਣੇ ਰਾਹ ਨੂੰ, ਇਹ ਪੁੱਠੇ ਰਾਹ ਨੂੰ ਬਦਲ ਕੇ ਅਤੇ ਸਿੱਧੇ ਰਾਹ ਪੈ ਜਾ। ਚੰਗੇ ਕੰਮ ਕਰ ਤੇ ਮੰਦੇ ਛੱਡ। ਪ੍ਰਭੂ ਅੱਗੇ ਦੁਹਾਈ ਦੇ, ਪ੍ਰਭੂ ਮੇਰੇ ਵੱਸ ਦਾ ਰੋਗ ਨਹੀਂ, ਮੇਰੇ 'ਤੇ ਦਇਆ ਕਰ। ਇਹਨਾਂ ਪੰਜਾਂ ਨੂੰ ਮੇਰੇ ਅੰਦਰੋਂ ਕੱਢ। ਗੰਦੀ ਨੂੰਹ, ਗੰਦੀ ਸੱਸ, ਗੰਦੀ ਮਾਂ ਤੇ ਗੰਦੀ ਧੀ, ਭੈੜਾ ਪੁੱਤ ਤੇ ਭੈੜਾ ਪੇ, ਹੰਕਾਰ, ਲੋਭ, ਕਾਮ, ਕ੍ਰੋਧ, ਮੋਹ, ਹਲੇ ਬਦਚਲਣੀ, ਝੂਠ ਪਰਾਤ, ਇਹ ਸਭ ਮੇਰੇ ਪਰਮੇਸ਼ਰ ਮੇਰੇ ਉੱਤੇ ਦਇਆ ਕਰ। ਮੇਰੇ ਵਿੱਚੋਂ ਇਹਨਾਂ ਨੂੰ ਕੱਢ। ਮੇਰੇ ਉੱਤੇ ਇਹਨਾਂ ਦੀ ਆਪਣੀ ਪਵਿੱਤਰ ਆਤਮਾ ਦੀ ਅੱਗ ਪਾ। ਜਿਹੜੀ ਤੁਸੀਂ ਅੱਗ ਲਾਉਣ ਆਏ ਆ ਉਹ ਅੱਗ ਲਾ। ਹੇ ਪਿਤਾ ਅੱਗ ਉਹ ਲਾ। ਹੇ ਪਿਤਾ ਅੱਗ ਉਹ ਲਾ। ਪਵਿੱਤਰ ਆਤਮਾ ਦੀ ਅੱਗ ਵਰੇ ਸਾਡੇ ਵਿਕਾਰਾਂ ਦੇ ਉੱਤੇ। ਅਤੇ ਇਹ ਗੰਦੀਆਂ 5 ਵਿਸ਼ੇ ਜਿਹੜੇ ਆ, 5 ਨੂੰ ਪ੍ਰਭੂ ਕਹਿੰਦਾ ਮੈਂ ਕੱਢਣ ਆਇਆ, ਅਤੇ ਇਹ 5 ਨੂੰ ਪ੍ਰਭੂ ਸਾੜ ਦੇ, ਸੱਚੀ ਮੁੱਚੀ ਸਾੜ ਦੇਵੇ ਤਾਂ ਸਾਡਾ ਘਰ ਬਚ ਜਾਵੇ। ਹੋ ਲੋੜ ਤੇਰਾ ਧੰਨਵਾਦ, ਤੇਰਾ ਧੰਨਵਾਦ, ਧੰਨਵਾਦ। ਹੁਣ ਆਪਾਂ ਇੱਥੋਂ ਅਤੇ ਫਿਰ ਦੇਖੋ ਇਸ ਨੂੰ ਲੂਕਾ ਤੋਂ ਹੁਣ ਮੱਤੀ 2 ਅਤੇ ਆਪਾਂ ਚੱਲਾਂਗੇ ਮੱਤੀ 2 ਦੀ 10 ਵਿੱਚ। ਆਪਾਂ ਦੂਸਰੇ ਚੈਪਟਰ ਨੂੰ ਤਿਆਰ ਕਰਾਂਗੇ, ਮੱਤੀ 2 ਦੀ 10। ਹਾਲੇਲੂਇਆ, ਹਾਲੇਲੂਇਆ। ਉੱਥੇ ਵੀ ਪ੍ਰਭੂ ਇਹ ਗੱਲ ਕਹਿੰਦੇ ਆ। ਧੰਨਵਾਦ, ਧੰਨਵਾਦ ਮੇਰੇ ਪਰਮੇਸ਼ਰ ਤੇਰਾ, ਧੰਨਵਾਦ, ਧੰਨਵਾਦ। ਮੱਤੀ 10। ਹੁਣ ਆਪਾਂ ਮੱਤੀ 10 ਨੂੰ ਕੱਢਦੇ ਹਾਂ। ਧੰਨਵਾਦ ਹੋ ਇਹ ਪਿਤਾ ਤੇਰਾ, ਧੰਨਵਾਦ, ਤੇਰਾ ਧੰਨਵਾਦ, ਤੇਰਾ ਧੰਨਵਾਦ। ਹਾਂਜੀ, ਮੱਤੀ 10 ਚੈਪਟਰ 10 34 ਆਇਤ ਤੋਂ ਆਪਾਂ 40 ਤੱਕ ਪੜ੍ਹਾਂਗੇ। ਇੱਥੇ ਪਰਮੇਸ਼ਰ ਦੇਖੋ ਫਿਰ ਕੀ ਕਹਿ ਰਿਹਾ। ਇਹ ਨਾ ਸਮਝੋ ਭਈ ਮੈਂ ਧਰਤੀ ਉੱਤੇ ਮੇਲ ਕਰਾਉਣ ਆਇਆ ਹਾਂ। ਮੇਲ ਕਰਾਉਣ ਨਹੀਂ, ਸਗੋਂ ਤਲਵਾਰ ਚਲਾਉਣ ਆਇਆ ਹਾਂ। ਉਹ ਜਿਹੜੇ ਆਪਾਂ ਪੜ੍ਹ ਕੇ ਹਟੇ ਨਾ, ਸੇਮ ਗੱਲਾਂ ਰਲਦੀਆਂ ਨਾ ਨਾਲ ਇਹਦੇ। ਅਤੇ ਅਸੀਂ ਇੱਥੇ ਪੱਕਾ ਦਰਸਾ ਦਿੰਦੇ ਹਾਂ ਕਿ ਹਾਂ ਆਹ ਹਾਲਾਤ ਸੰਸਾਰ 'ਤੇ ਚੱਲ ਰਹੀ ਤਲਵਾਰ, ਪਰ ਇਹ ਦੁਸ਼ਮਣ ਦੀ ਚੱਲ ਰਹੀ ਆ, ਪਰਮੇਸ਼ਰ ਦੀ ਨਹੀਂ। ਪਰਮੇਸ਼ਰ ਦੀ ਇਹਨੂੰ ਵੱਢਣ ਦੇ ਲਈ ਚੱਲ ਰਹੀ ਹੈ, ਇਹਨੂੰ ਕੱਢਣ ਦੇ ਲਈ ਚੱਲ ਰਹੀ ਆ, ਇਹਨੂੰ ਨਾਸ਼ ਕਰਨ ਦੇ ਲਈ ਚੱਲ ਰਹੀ, ਇਹਨੂੰ ਸਮਝਾਉਣ ਦੇ ਲਈ ਚੱਲ ਰਹੀ ਆ। ਮੇਲ ਕਰਾਉਣ ਨਹੀਂ, ਸਗੋਂ ਤਲਵਾਰ ਚਲਾਉਣ ਆਇਆ ਹਾਂ। ਕਿਉਂ? ਜੋ ਮੈਂ ਮਨੁੱਖ ਨੂੰ ਉਹਦੇ ਪਿਓ ਅਤੇ ਧੀ ਨੂੰ ਉਹਦੀ ਮਾਂ ਤੋਂ ਅਤੇ ਨੂੰਹ ਨੂੰ ਉਹਦੀ ਸੱਸ ਤੋਂ ਅੱਡ ਕਰਨ ਆਇਆ ਹਾਂ। ਹੁਣ ਗਾਂ ਅੱਗੇ ਦੇਖੋ, ਅਰ ਮਨੁੱਖ ਦੇ ਵੈਰੀ ਉਹਦੇ ਘਰ ਦੇ ਹੀ ਹੋਣਗੇ। ਘਰ ਦੇ ਕੌਣ ਆ? ਘਰ ਦੇ ਕੌਣ ਆ? ਸਾਡੇ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ, ਵੈਰ, ਵਿਰੋਧ, ਤ੍ਰਿਸ਼ਨਾ, ਚੋਰੀ, ਯਾਰੀ, ਵਖੀਲੀ, ਇਹ ਸਾਡੇ ਘਰ ਦੇ ਆ। ਇਹ ਸਾਡੇ ਅੰਦਰ ਆ। ਇਹ ਸਾਨੂੰ ਦੁਖੀ ਕਰਦੇ ਆ। ਹੋਰ ਸਾਨੂੰ ਕੋਈ ਦੁਖੀ ਨਹੀਂ ਕਰ ਸਕਦਾ। ਜੇ ਸਾਡੇ ਅੰਦਰ ਇਹ ਮਰ ਗਏ ਤਾਂ ਅਸੀਂ ਆਨੰਦ ਵਿੱਚ ਹਾਂ, ਫਿਰ ਅਸੀਂ ਸੁਖੀ ਹਾਂ। ਸਾਨੂੰ ਦੁੱਖ ਕੋਈ ਫਿਰ ਹੈ ਹੀ ਨਹੀਂ। ਅਤੇ ਜੇ ਇਹ ਸਾਡੇ ਅੰਦਰ ਆ ਨਾ, ਚੰਗਾ ਭਲਾ ਬੰਦਾ ਹੋਵੇ, ਉਹਨੂੰ ਕਹ ਚੰਗਾ ਭਲਾ ਸੀ, ਤੈਨੂੰ ਕਿਹੜੇ ਭੂਤ ਚਿੰਬੜ ਗਿਆ, ਤੈਨੂੰ ਕੀ ਹੋ ਗਿਆ? ਹੁਣੇ ਤਾਂ ਤੂੰ ਹੱਸਦਾ ਖੇਡਦਾ ਸੀ, ਹੁਣੇ ਕੀ ਹੋਇਆ ਤੈਨੂੰ? ਜਦੋਂ ਕਿਸੇ ਨੂੰ ਕ੍ਰੋਧ 'ਚ ਸੜਿਆ ਦੇਖੋਗੇ ਤੁਸੀਂ ਕਹੋ ਤੈਨੂੰ ਕਿਹੜੇ ਭੂਤ ਚਿੰਬੜ ਗਏ, ਤੈਨੂੰ ਕੀ ਹੋ ਗਿਆ, ਤੇਰੇ 'ਚ ਕਿਹੜੇ ਬਾਬੇ ਆ ਗਏ? ਇਹੋ ਜਿਹੀਆਂ ਗੱਲਾਂ ਕਰਦੇ ਕਿ ਨਹੀਂ? ਕਰਦੇ ਹਾਂ। ਅਤੇ ਜੇ ਸਾਡੇ ਘਰ ਕੋਈ ਆਣ ਕੇ ਜਦੋਂ ਆਵੇ ਲੜਾਈ ਪੈ ਜਾਵੇ ਤਾਂ ਅਸੀਂ ਕਹਿੰਦੇ ਇਹ ਬੰਦਾ ਜਦੋਂ ਸਾਡੇ ਘਰ ਆਉਂਦਾ ਦਰਵਾਜ਼ਾ ਨਾ ਖੋਲ੍ਹਿਓ। ਜਦੋਂ ਆਉਂਦਾ ਸਾਡੇ ਘਰ ਲੜਾਈ ਪਾ ਕੇ ਜਾਂਦਾ ਆ, ਲੜਾਈ ਪੈ ਜਾਂਦੀ ਆ। ਤਾਂ ਪ੍ਰਭੂ ਸਾਡੇ ਲੜਾਈ ਪਾਉਣ ਆਇਆ? ਨੋ। ਸੋਚੋ ਜਰਾ, ਐਡਾ ਵੱਡਾ ਇਲਜ਼ਾਮ ਅਸੀਂ ਪ੍ਰਭੂ ਉੱਤੇ ਲਾ ਦੇਈਏ ਕਿ ਪ੍ਰਭੂ ਤਲਵਾਰ ਚਲਾਉਣ ਆਇਆ? ਨਹੀਂ।
ਉਹ ਅੰਧਕੂਰ ਦੀਆਂ ਸ਼ਕਤੀਆਂ ਦੇ ਉੱਤੇ ਤਲਵਾਰ ਚਲਾਉਣ ਆਇਆ। ਹਕੂਮਤਾਂ ਅੰਧਕੂਰ ਦੀਆਂ ਦੇ ਉੱਤੇ, ਸੈਨਾ ਅੰਧਕੂਰ ਦੀਆਂ ਦੇ ਉੱਤੇ ਤਲਵਾਰ ਚਲਾਉਣ ਆਇਆ। ਅੰਧਕੂਰ ਦੀ ਸੱਸ ਤੇ, ਅੰਧਕੂਰ ਦੀ ਨੂੰਹ ਤੇ, ਹੰਕਾਰ ਦੇ ਪੇ ਤੇ, ਹੰਕਾਰ ਦੇ ਪੁੱਤ ਤੇ, ਇਹ ਸਾਡੇ ਵਿੱਚ ਵਸਦੇ ਆ। ਸਾਡੇ ਘਰ ਦੇ ਸਾਡੇ ਵੈਰੀ ਆ। ਇਹ ਸਾਡੇ ਘਰ ਦੇ ਵਿੱਚ ਵੈਰੀ ਆ। ਘਰ 'ਚ ਹੰਕਾਰ ਬੈਠਾ ਆ। ਘਰ ਦੇ ਵਿੱਚ ਇਸ ਘਰ 'ਚ ਇਹ ਘਰ ਆ, ਪਰਮੇਸ਼ਰ ਮੇਰੇ ਦਾ ਘਰ ਆ। ਮੇਰਾ ਪਰਮੇਸ਼ਰ ਕਹਿੰਦਾ ਮੇਰਾ ਮੰਦਰ ਆ ਇਹ। ਇਸ ਮੰਦਰ ਵਿੱਚ ਹੰਕਾਰ ਆ, ਇਸ ਮੰਦਰ ਵਿੱਚ ਕਾਮ ਆ, ਕ੍ਰੋਧ ਆ, ਲੋਭ ਆ, ਚਿੰਤਾ ਆ, ਵੈਰ ਆ, ਵਿਰੋਧ ਆ, ਤ੍ਰਿਸ਼ਨਾ, ਚੋਰੀ, ਜਾਰੀ, ਬਖੀਲੀ, ਜਲਸ ਬੈਠੀ ਆ। ਇਸ ਘਰ ਦੇ ਵਿੱਚੋਂ ਮੈਂ ਇਹਨਾਂ ਨੂੰ ਕੱਢ ਕੇ ਸਾਹ ਲਊਂਗਾ, ਵੱਢ ਕੇ ਸਾਹ ਲਊਂਗਾ, ਇਹਨਾਂ ਨੂੰ ਅੱਗ ਲਾ ਕੇ ਸਾਹ ਲਊਂਗਾ। ਘਰ ਦੇ ਵੈਰੀ ਬਣ ਗਏ ਵਿੱਚ ਵੜ ਕੇ ਜ਼ਬਰਦਸਤੀ ਮੇਰੇ ਘਰ ਨੂੰ ਸਾਂਭ ਕੇ, ਔਰ ਮੇਰੇ ਬੱਚੇ ਦੀ ਪਵਿੱਤਰ ਆਤਮਾ ਜਿਹੜਾ ਮੇਰੀ ਜੋਤ ਰੱਖੀ ਉਹਨੂੰ ਮੈਂ ਸਾਹ ਦਿੱਤੇ। ਉਹਨਾਂ ਦੇ ਵੈਰੀ ਬਣ ਕੇ ਵਿਅਰਥ ਕਰ ਦਿੱਤੇ ਸਾਰੇ। ਹੀਰੇ ਤੇ ਮੋਤੀ ਮੈਂ ਉਹਦੀ ਝੋਲੀ 'ਚ ਪਾਏ ਸੀ, ਇਹਨੇ ਜੂਆ ਖੇਡਣ ਲਾ ਦਿੱਤੇ। ਇਹਨੇ ਬੁਰੇ ਕੰਮਾਂ ਦੇ ਵਿੱਚ ਖਰਚ ਕਰ ਦਿੱਤੇ। ਭੈੜੀ ਦ੍ਰਿਸ਼ਟੀ ਦੇ ਦੇ ਕੇ, ਗੰਦਾ ਬੋਲ ਬੋਲ ਕੇ, ਲੜਾਈਆਂ ਝਗੜੇ ਤੇ ਫਸਾਦ ਕਰ ਕਰਕੇ, ਹੰਕਾਰ ਤੇ ਨਫ਼ਰਤ ਦੇ ਨਾਲ ਬੋਲ ਬੋਲ ਕੇ। ਸੋ ਇਹਦੇ ਮਨੁੱਖ ਦੇ ਵੈਰੀ ਇਹਦੇ ਘਰ ਦੇ ਹੀ ਹੋਣਗੇ। ਜੇ ਕੋਈ ਪਿਓ ਜਾਂ ਮਾਂ ਨੂੰ ਮੇਰੇ ਨਾਲੋਂ ਵੱਧ ਪਿਆਰ ਕਰਦਾ ਹੈ, ਮੇਰੇ ਯੋਗ ਨਹੀਂ। ਆਹ ਬੜੀ ਗੱਲ ਸਮਝਣ ਵਾਲੀ ਆ। ਜੇ ਕੋਈ ਪਿਓ ਨੂੰ ਤਾਂ ਮਾਂ ਨੂੰ ਮੇਰੇ ਨਾਲੋਂ ਵੱਧ ਪਿਆਰ ਕਰਦਾ ਤੇ ਉਹ ਮੇਰੇ ਯੋਗ ਨਹੀਂ। ਅਸੀਂ ਇੱਥੇ ਹੀ ਸੋਚਦੇ ਹਾਂ ਕਿ ਸੱਚੀ ਮੁੱਚੀ ਸਾਡਾ ਮਾਂ ਪਿਓ। ਹੁਣ ਸੋਚੋ, ਇੱਕ ਬੰਨੇ ਅਸੀਂ ਪ੍ਰਾਰਥਨਾ ਕਰਨੀ ਆ। ਐਨੀਵੇ ਹੁਣ 30-31 ਮਿੰਟ ਹੋ ਗਏ, ਆਪਾਂ ਦੂਸਰਾ ਇੱਥੋਂ ਸ਼ੁਰੂ ਕਰਦੇ ਹਾਂ, ਇੱਥੋਂ ਹੀ, ਕਿਉਂਕਿ ਸੌਖਾ ਹੋ ਜਾਏ ਸਾਰੇ ਸੁਣਨ ਵਾਲਿਆਂ ਦੇ ਲਈ। ਹਾਲੇਲੂਇਆ, ਧੰਨਵਾਦ ਪਰਮੇਸ਼ਰ ਤੇਰਾ। ਆਪਾਂ ਇੱਥੋਂ ਸ਼ੁਰੂ ਕਰਦੇ ਹਾਂ। ਆਮੀਨ।